मॉर्निंग स्टूडेंट्स, वेलकम टू पंजाबी क्लास। नावल मड़ी दा दीवा, नावलकार गुरदयाल सिंह जी। बच्चे, असी कांड नंबर 7 ਦੀ ਰੀਡਿੰਗ ਕਰ ਲਈ ਹੈ ਤੇ ਨਾਲ ਹੀ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਡਿਸਕਸ ਕੀਤੇ ਹਨ। ਅੱਜ ਅਸੀਂ ਕਾਂਡ ਨੰਬਰ 7 ਦਾ ਸਾਰ ਡਿਸਕਸ ਕਰਾਂਗੇ। ਨਾਵਲ ਮੜੀ ਦਾ ਦੀਵਾ, ਨਾਵਲਕਾਰ ਸਰਦਾਰ ਗੁਰਦਿਆਲ ਸਿੰਘ ਜੀ। ਪ੍ਰਸ਼ਨ: ਮੜੀ ਦਾ ਦੀਵਾ ਨਾਵਲ ਦੇ ਆਧਾਰ ਤੇ ਕਾਂਡ 7 ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ: ਕਾਂਡ 7 ਦੇ ਆਰੰਭ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਗਸੀਰ ਖੇਤ ਜਾ ਕੇ ਪਹਿਲਾਂ ਆਪਣੇ ਖੇਤ ਵੱਲ ਨਿਗਾਹ ਮਾਰਦਾ ਹੈ ਤਾਂ ਕਣਕ ਦੇ ਕੁਮਲਾਏ ਬੂਟੇ ਉਸ ਨੂੰ ਭੁੱਖੇ ਰੁੱਸੇ ਨਿਆਣਿਆਂ ਵਾਂਗ ਜਾਪੇ ਸਨ। ਠੀਕ ਹੈ, ਹੁਣ ਅਸੀਂ ਕਾਂਡ 7 ਦੇ ਆਰੰਭ ਵਿੱਚ ਪੜ੍ਹਿਆ ਕਿ ਜਗਸੀਰ ਜਦੋਂ ਆਪਣੇ ਖੇਤ ਪਹੁੰਚਦਾ ਹੈ ਤੇ ਆਪਣੇ ਖੇਤ ਵੱਲ ਨਿਗਾਹ ਮਾਰਦਾ ਹੈ ਤਾਂ ਉਸਨੂੰ ਇੰਝ ਜਾਪਦਾ ਹੈ ਕਿ ਜਿਸ ਤਰ੍ਹਾਂ ਕਣਕ ਦੇ ਜਿਹੜੇ ਬੂਟੇ ਨੇ ਉਹ ਭੁੱਖੇ ਰੁੱਸੇ ਨਿਆਣਿਆਂ ਵਾਂਗ ਹਨ ਅਤੇ ਨਾਲ ਦੀ ਕਣਕ ਦੇ ਬੂਟੇ ਜਿਸ ਨੂੰ ਉਸ ਨੇ ਕੁਝ ਦਿਨ ਪਹਿਲਾਂ ਹੀ ਪਾਣੀ ਲਾਇਆ ਸੀ ਉਹ ਉਸ ਨੂੰ ਆਪਣੀ ਕਣਕ ਦੇ ਬੂਟਿਆਂ ਨਾਲੋਂ ਚੱਪਾ ਚੱਪਾ ਉੱਚੇ ਹੋਏ ਧੌਣਾ ਅਕੜਾਈ ਖੜੋਤੇ ਲੱਗਦੇ ਸਨ। ਤੇ ਦੂਜੇ ਪਾਸੇ ਜਦੋਂ ਉਸਨੇ ਆਪਣੇ ਨਾਲ ਦੀ ਕਣਕ ਦੇ ਬੂਟੇ ਮਤਲਬ ਭੰਤੇ ਦੇ ਖੇਤਾਂ ਦੇ ਕਣਕ ਦੇ ਬੂਟੇ ਵੱਲ ਨਿਗਾਹ ਮਾਰੀ ਤਾਂ ਉਸਨੂੰ ਜਾਪਿਆ ਕਿ ਜਿਵੇਂ ਉਸ ਕਣਕ ਦੇ ਬੂਟੇ ਜਿਹੜੇ ਨੇ ਚੱਪਾ ਚੱਪਾ ਉੱਚਿਆ ਹੋਏ ਧੌਣਾ ਕੜਾਈ ਖੜੋਤੇ ਹਨ। ਮਤਲਬ ਇਸ ਤਰ੍ਹਾਂ ਦੋਹੇ ਪਾਸੇ ਜਗਸੀਰ ਨੇ ਵਾਰੀ-ਵਾਰੀ ਤੱਕਿਆ ਤੇ ਵੱਟ ਉੱਤੇ ਬਹਿ ਗਿਆ ਕਿਉਂਕਿ ਉਸ ਦੀਆਂ ਹੁਣ ਉਹ ਖੇਤ ਵਿੱਚ ਖੜਾ ਹੈ ਤੇ ਕਦੀ ਆਪਣੇ ਖੇਤ ਵੱਲ ਦੇਖ ਰਿਹਾ ਤੇ ਕਦੀ ਭੰਤੇ ਦੇ ਖੇਤ ਵੱਲ, ਕਿਉਂਕਿ ਉਸ ਦੀਆਂ ਲੱਤਾਂ ਵਿੱਚ ਖੜੋਣ ਜੋਗਾ ਬਲ ਨਹੀਂ ਸੀ। ਠੀਕ ਹੈ, ਹੁਣ ਉਹ ਵੱਟ ਉੱਤੇ ਬਹਿ ਗਿਆ ਕਿਉਂਕਿ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਹ ਖੜਾ ਨਹੀਂ ਹੋ ਸਕਦਾ। ਜਗਸੀਰ ਥੋੜੇ ਚਿਰ ਪਿੱਛੋਂ ਕੁਝ ਹੌਸਲਾ ਕਰਕੇ ਉੱਠਿਆ ਤੇ ਨਾਲ ਦੇ ਕਿਆਰਿਆਂ ਵਿੱਚ ਗੋਡੀ ਕਰਨ ਜਾ ਲੱਗਿਆ। ਉਹ ਗੋਡੀ ਕਰਨ ਵਿੱਚ ਇੰਨਾ ਰੁੱਝ ਗਿਆ ਸੀ ਕਿ ਮੁੜ ਸਿਰ ਉੱਚਾ ਕਰਕੇ ਆਪਣੇ ਖੇਤ ਵੱਲ ਝਾਕ ਨਹੀਂ ਸਕਿਆ ਸੀ। ਹੁਣ ਉਹ ਵੱਟ ਉੱਤੇ ਬੈਠ ਗਿਆ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਸਦੀ ਲੱਤਾਂ ਦੇ ਵਿੱਚ ਸਾਹ ਸੱਤ ਨਹੀਂ ਹੈ, ਉਹ ਖੜਾ ਨਹੀਂ ਹੋ ਸਕਦਾ। ਪਰ ਕੁਝ ਦੇਰ ਬਾਅਦ ਉਸਨੇ ਹੌਸਲਾ ਕੀਤਾ ਤੇ ਉੱਥੋਂ ਉੱਠ ਕੇ ਕਿਆਰਿਆਂ ਵਿੱਚ ਗੋਡੀ ਕਰਨ ਲਈ ਚਲਾ ਗਿਆ। ਤੇ ਜਦੋਂ ਉਸਨੇ ਖੇਤਾਂ 'ਚ ਗੋਡੀ ਕਰਨੀ ਸ਼ੁਰੂ ਕਰ ਦਿੱਤੀ ਉਹ ਇਸ ਵਿੱਚ ਇੰਨਾ ਮਸਤ ਹੋ ਗਿਆ ਕਿ ਉਸਨੇ ਮੁੜ ਸਿਰ ਉੱਚਾ ਕਰਕੇ ਨਹੀਂ ਵੇਖਿਆ। ਠੀਕ ਹੈ, ਜਗਸੀਰ ਜਦੋਂ ਗੋਡੀ ਕਰ ਰਿਹਾ ਸੀ ਤਾਂ ਉਸਦੇ ਅੰਦਰ ਮਾੜੀ ਮਾੜੀ ਖੋਹ ਪੈਣ ਲੱਗ ਪਈ ਸੀ। ਇਸ ਲਈ ਉਹ ਖਾਲ ਉੱਤੇ ਬਹਿ ਗਿਆ ਤੇ ਉਸਨੇ ਆਪਣੇ ਖੀਸੇ ਵਿੱਚੋਂ ਅਫੀਮ ਵਾਲੀ ਡੱਬੀ। ਹੁਣ ਜਦੋਂ ਖੇਤ ਵਿੱਚ ਗੋਡੀ ਕਰ ਰਿਹਾ ਸੀ ਤਾਂ ਉਸਨੂੰ ਥੋੜੀ ਥੋੜੀ ਭੁੱਖ ਲੱਗੀ। ਹੁਣ ਉਸ ਭੁੱਖ ਨੂੰ ਮਿਟਾਉਣ ਦੇ ਲਈ ਉਸਨੇ ਖੀਸੇ ਵਿੱਚੋਂ ਆਪਣੀ ਜੇਬ ਵਿੱਚੋਂ ਅਫੀਮ ਵਾਲੀ ਡੱਬੀ ਕੱਢੀ। ਕੱਢ ਕੇ ਇੱਕ ਮਾਵਾ ਆਪਣੇ ਮੂੰਹ ਵਿੱਚ ਪਾ ਲਿਆ ਸੀ ਅਤੇ ਖਾਲ ਵਿੱਚ ਖੜੇ ਪਾਣੀ ਦੀ ਘੁੱਟ ਭਰ ਕੇ ਮਾਵਾ ਅੰਦਰ ਲੰਘਾ ਲਿਆ। ਉਹ ਫਿਰ ਦੁਬਾਰਾ ਗੁਡਾਈ ਕਰਨ ਜਾ ਲੱਗਿਆ ਸੀ। ਇਸ ਤਰ੍ਹਾਂ ਗੁਡਾਈ ਕਰਦਿਆਂ ਕਰਦਿਆਂ ਉਸਨੇ ਇੱਕ ਕਿਆਰਾ ਲਗਭਗ ਪੂਰਾ ਗੋੜ ਲਿਆ ਸੀ। ਕੁਝ ਦੇਰ ਬਾਅਦ ਉਸਨੂੰ ਆਪਣੇ ਹੱਥ ਪੈਰ ਝੂਠੇ ਪੈਂਦੇ ਜਾਪਦੇ ਸਨ। ਇਸ ਲਈ ਉਹ ਕੱਸੀਆਂ ਚੁੱਕ ਕੇ ਪਿੰਡ ਨੂੰ ਮੁੜ ਪਿਆ ਸੀ। ਠੀਕ ਹੈ, ਹੁਣ ਗੁਡਾਈ ਕਰਦੇ ਕਰਦਿਆਂ ਉਸਨੂੰ ਭੁੱਖ ਲੱਗੀ। ਉਸਨੇ ਆਪਣੇ ਖੀਸੇ ਵਿੱਚੋਂ ਅਫੀਮ ਦਾ ਇੱਕ ਮਾਵਾ ਕੱਢਿਆ ਤੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਦੁਬਾਰਾ ਗੁਡਾਈ ਕਰਨਾ ਸ਼ੁਰੂ ਹੋ ਗਿਆ। ਤੇ ਇਸ ਤਰ੍ਹਾਂ ਜਦੋਂ ਗੁਡਾਈ ਕਰ ਰਿਹਾ ਸੀ ਤਾਂ ਗੁਡਾਈ ਕਰਦਿਆਂ ਕਰਦਿਆਂ ਉਸਨੇ ਪੂਰਾ ਹੀ ਕਿਆਰਾ ਗੋੜ ਲਿਆ ਸੀ ਤੇ ਕੁਝ ਦੇਰ ਬਾਅਦ ਠੀਕ ਹੈ ਉਸਨੂੰ ਇੰਝ ਜਾਪਿਆ ਕਿ ਜਿਵੇਂ ਉਸਦੇ ਹੱਥ ਪੈਰ ਝੂਠੇ ਪੈ ਰਹੇ ਹੋਣ, ਉਸਦੇ ਹੱਥਾਂ ਪੈਰਾਂ ਵਿੱਚ ਜਾਨ ਨਾ ਹੋਵੇ
इसलिए उसने की कीता, कसियां चुकियां ते पिंड नूं वापस मुड़ पिया सी। उसने राह विच टाली हेठा आके अपनी कणक वाल निगाह मारी ते एक बेवसा हौका उसदे बुल्लां विचों निकल गया। इस पिछों पिंड तक आउंदियां जगसीर नूं कई तरह दे पुट्ठे सिद्धे ख्याल आउंदे रहे सन। इस तो अगले दिन पंता आ गया। हुण जदों वापस पिंड नूं परत रिहा सी तां ओह टाली हेठां रुकिया ते उसने परत के अपनी कणक वल नज़र मारी ते अपने आप नूं बेवसा महसूस किया, ते क्योंकि उसनूं इंज जाप रिहा सी कि उसने अपने कणक दे बूटियां वल ध्यान नहीं मारिया, उन्हां दी सेवा नहीं कीती, इसे लिए वो चंगी तरह नहीं पलड़ सके। ते इस तरह कई तरह के पुट्ठे सीधे ख्याल उसनों आउंदे रहे। इस तो अगले दिन पंता आ गया सी ते उसने आउंदियां ही धर्म सिंह नूं कह दिता सी कि वो जगसीर कियां वाले खेत दे नाल दे क्यारे ਉਹ ਆਪ ਗੋੜ ਲਵੇਗਾ ਅਤੇ ਜੈਬਾ ਅਤੇ ਜਗਸੀਰ 2-4 ਦਿਨ ਰੇਰੂ ਵਾਲੇ ਖੇਤ ਗੋਡੀ ਕਰ ਆਉਣ। ਪੰਤਾ ਜਦੋਂ ਚਲਾ ਗਿਆ ਤਾਂ ਧਰਮ ਸਿੰਘ ਨੇ ਜੈਬੇ ਹੱਥ ਜਗਸੀਰ ਨੂੰ ਸੁਨੇਹਾ ਭੇਜ ਕੇ ਕਿਹਾ ਕਿ ਉਹ ਅਤੇ ਜੈਬਾ ਦੋਵੇਂ ਰੇਰੂ ਵਾਲੇ ਖੇਤ ਦੀ ਗੋਡੀ ਕਰਨ ਲਈ ਚਲੇ ਜਾਣ। ਹੁਣ ਜਦੋਂ ਪੰਤੇ ਨੇ ਇੰਨੀ ਗੱਲ ਕਹੀ ਤਾਂ उसने धर्म सिंह ने उस वेले जैबे दे हथ सुनेहा घल दिता जगसीर नूं कि वह जैबे नूं लैके 2-4 दिन लई रेरू वाले खेत विच गोडी करन चला जावे। ठीक है, उत्थे रेरू वाले खेत दी गोडी करदे करदे उन्हां नूं 4-5 दिन लग गए सन, पर रेरू वाले खेत दा काम इन्ने दिनां दा नहीं सी। इस दा कारण ये सी कि एक तां जगसीर बीमार होके उठिया सी ते दूजा जैबा नरम सी। ठीक है, हुण उत्थे रेरू वाले खेत दे विच उन्हां नूं काम करदिआं 4-5 दिन लग गए सन, पर असल विच काम इन्ने दिनां दा नहीं सी। इस दा कारण ये सी कि एक तां जगसीर बीमार होके उठिया सी ते दूजा जैबा हजे नरम सी, भाव उमर दा भी हौला सी। असल विच जैबा 15 वरियां दा सी ते नाल ही 6 जमातां पढ़ के वो पिछले साल हट गया सी। इसे लिए ही उस कोलों जटका काम चंगी तरह नहीं हुंदा सी। ਉਹ ਇੱਥੇ ਗੋਡੀ ਦਾ ਕੰਮ ਖਤਮ ਕਰਕੇ 6ਵੇਂ ਦਿਨ ਆਪਣੇ ਖੇਤ ਵੱਲ ਗਿਆ ਤਾਂ ਉਸ ਨੂੰ ਆਪਣੀ ਟਹਿਲੀ ਟੇਢੀ ਹੋਈ ਨਜ਼ਰ ਆਈ ਸੀ ਤੇ ਉੱਥੇ ਹੀ ਉਸ ਨੂੰ 3 ਬੰਦੇ ਵੀ ਖੜੋਤੇ ਨਜ਼ਰ ਆਏ ਸਨ। ਜੈਬੇ ਦੀ ਉਮਰ 15 ਵਰਿਆਂ ਦੀ ਸੀ ਤੇ ਇਸ ਕਰਕੇ ਉਹ ਜਟਕਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਸੀ ਤੇ ਉਹ ਦੋਵੇਂ रेरू वाली खेत दी गोडी दा काम खत्म करके जदों पिंड परते तां 6वें दिन जगसीर अपने खेत वाल गेड़ा मारन लई गया ते जदों ਉਹ ਤੁਰਿਆ जा ਰਿਹਾ ਸੀ ਤਾਂ ਉਸਨੂੰ ਦੂਰੋਂ ਹੀ ਟਾਲੀ ਟੇਢੀ ਹੋਈ ਨਜ਼ਰ ਆਉਂਦੀ ਹੈ ਤੇ ਨਾਲ ਹੀ ਨਾਲ ਉਸਨੂੰ ਉਸਦੇ ਨੇੜੇ 3 ਬੰਦੇ ਖੜੇ ਨਜ਼ਰ ਆਏ ਸਨ। ਜਿਵੇਂ ਹੀ ਉਸਨੇ ਇੱਕ ਤਕੜੇ ਜਰਗਾਟੇ ਨਾਲ ਟਾਹਲੀ ਡਿੱਗਦੀ ਵੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਜਦੋਂ ਟਾਹਲੀ ਨੇੜੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ 3 ਬੰਦੇ ਟਾਹਲੀ ਵੱਢ ਕੇ ਛਾਂਗਣ ਦੀ ਸਲਾਹ ਕਰ ਰਹੇ ਸਨ। ਉਸਨੂੰ ਆਪਣੀਆਂ ਅੱਖਾਂ ਉਸ ਵੇਲੇ ਅੰਗਿਆਰਾਂ ਵਾਂਗ ਭਖਦੀਆਂ ਜਾਪ ਰਹੀਆਂ ਸਨ। ਠੀਕ ਹੈ, ਤੇ ਜਦੋਂ ਉਹ ਟਾਹਲੀ ਦੇ ਨੇੜੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਜਿਹੜੇ 3 ਬੰਦੇ ਟਾਹਲੀ ਦੇ ਹੇਠਾਂ ਖੜੇ ਸਨ ਉਹ ਟਾਹਲੀ ਵੱਢ ਕੇ ਉਸਨੂੰ ਛਾਂਗਣ ਦੀ ਸਲਾਹ ਕਰ ਰਹੇ ਸਨ ਤੇ ਵੇਖ ਕੇ ਉਸਨੂੰ ਬੜਾ ਗੁੱਸਾ ਆਉਂਦਾ ਹੈ। ਤਾਂ ਜਗਸੀਰ ਨੇ ਉਹਨਾਂ ਬੰਦਿਆਂ ਨੂੰ ਗੁੱਸੇ ਵਿੱਚ ਪੁੱਛਿਆ, ਕਿਹੜੇ ਹੋ ਭਾਈ ਤੁਸੀਂ? ਤਾਂ ਉਹਨਾਂ ਨੇ ਕਿਹਾ, ਉਹ ਟਾਹਲੀ ਸ਼ਾਹਾਂ ਦੇ ਬੰਦੇ ਹਨ।
ਇਹ ਸੁਣ ਕੇ ਉਸਦਾ ਗੁੱਸਾ ਬੇਕਾਬੂ ਹੋ ਗਿਆ ਤੇ ਗੁੱਸੇ ਵਿੱਚ ਕਹਿਣ ਲੱਗਾ ਕਿ ਇਹ ਟਾਹਲੀ ਉਸਦੀ ਹੈ ਤੇ ਉਸ ਤੋਂ ਪੁੱਛੇ ਬਿਨਾ ਕੋਈ ਟਾਹਲੀ ਨੂੰ ਹੱਥ ਨਹੀਂ ਲਗਾ ਸਕਦਾ। ਠੀਕ ਹੈ, ਜਦੋਂ ਟਾਹਲੀ ਵੱਢਦੀ ਵੇਖੀ ਉਸ ਤੋਂ ਬਾਅਦ ਉਸਦੇ ਪੱਤੇ ਛਾਂਗਣ ਦੀ ਸਲਾਹ ਕਰਦੇ ਹੋਏ ਉਹ ਬੰਦੇ ਵੀ ਵੇਖੇ ਤਾਂ ਜਗਸੀਰ ਨੂੰ ਉਹਨਾਂ ਬੰਦਿਆਂ ਤੇ ਬਹੁਤ ਗੁੱਸਾ ਆਇਆ ਤੇ ਉਸਨੇ ਜਾ ਕੇ ਪੁੱਛਿਆ ਕਿ ਉਹ ਕੌਣ ਹਨ। ਫਿਰ ਉਹਨਾਂ ਨੇ ਦੱਸਿਆ ਕਿ ਉਹ ਟਾਹਲੀ ਸ਼ਾਹਾਂ ਦੇ ਬੰਦੇ ਹਨ। ਉਸਦਾ ਗੁੱਸਾ ਬੇਕਾਬੂ ਹੋ ਗਿਆ ਸੀ, ਉਸਨੂੰ ਬਹੁਤ ਗੁੱਸਾ ਆ ਰਿਹਾ ਸੀ। ਪਰ ਜਗਸੀਰ ਜਦੋਂ ਇਹ ਸ਼ਬਦ ਆਖ ਰਿਹਾ ਸੀ ਉਸ ਸਮੇਂ ਉਸਦੀ ਜੀਭ ਕੁਝ ਕੁ ਥਿੜਕੀ ਤੇ ਉਸਦੀਆਂ ਅੱਖਾਂ ਸਾਹਮਣੇ ਭੰਤੇ ਦੀ ਸ਼ਕਲ ਆ ਗਈ ਸੀ ਤੇ ਨਾਲ ਉੱਥੋਂ ਜਾਂਦੇ ਹੋਏ ਉਸਨੇ ਕਿਹਾ ਕਿ ਜਦੋਂ ਤੱਕ ਇਸ ਗੱਲ ਦਾ ਨਿਬੇੜਾ ਨਹੀਂ ਹੁੰਦਾ ਉਹਨਾਂ ਚਿਰ ਜੇ ਉਸਦਾ ਪੱਤਾ ਵੀ ਕਿਸੇ ਨੇ, ਠੀਕ ਹੈ, ਹੁਣ ਉਹ ਜਦੋਂ ਜਗਸੀਰ ਕਹਿ ਰਿਹਾ ਸੀ ਕਿ ਇਹ ਟਾਹਲੀ ਉਸਦੀ ਹੈ ਤੇ ਉਸਦੇ ਪੁੱਛੇ ਬਿਨਾ ਕੋਈ ਉਸਨੂੰ ਹੱਥ ਨਹੀਂ ਲਗਾ ਸਕਦਾ। ਇਹ ਸ਼ਬਦ ਕਹਿੰਦੇ ਉਸਦੀ ਜੀਭ ਥੋੜੀ ਜਿਹੀ ਥਿੜਕਦੀ ਹੈ ਕਿਉਂਕਿ ਉਸਦੇ ਅੱਖਾਂ ਦੇ ਸਾਹਮਣੇ ਭੰਤੇ ਦੀ ਤਸਵੀਰ ਆ ਜਾਂਦੀ ਹੈ, ਸ਼ਕਲ ਆ ਜਾਂਦੀ ਹੈ, ਕਿਉਂਕਿ ਉਸਨੂੰ ਸਪਸ਼ਟ ਹੋ ਜਾਂਦਾ ਹੈ ਕਿ ਭੰਤਾ ਇਹ ਗੱਲ ਨਹੀਂ ਮੰਨਦਾ ਕਿ ਟਾਹਲੀ ਉਸਦੀ ਹੈ। ਛਾਂਗਿਆ ਤਾਂ ਉਸ ਤੋਂ ਬੁਰਾ ਕੋਈ ਨਹੀਂ ਹੋਵੇਗਾ। ਉਹ ਇਹ ਸਭ ਕਹਿ ਕੇ ਭਰਿਆ ਪੀਤਾ ਆਪਣੇ ਪਿੰਡ ਨੂੰ ਮੁੜ ਪਿਆ। ਹੁਣ ਉਸਦਾ ਇਹ ਗੁੱਸਾ ਉਦਾਸੀ ਵਿੱਚ ਬਦਲ ਗਿਆ ਸੀ। ਉਹ ਜਦੋਂ ਆਪਣੇ ਘਰ ਪਹੁੰਚਿਆ ਉਸਦੀ ਮਾਂ ਨੰਦੀ ਧੁੱਪ ਵਿੱਚ ਮੰਜੀ ਢਾਹ ਕੇ ਪਈ ਹੋਈ ਸੀ। ਨੰਦੀ ਜਗਸੀਰ ਦੇ ਖੇਤ ਤੋਂ ਛੇਤੀ ਮੁੜ ਆਉਣ ਕਾਰਨ ਹੈਰਾਨ ਹੁੰਦੀ ਹੈ। ਹੁਣ ਜਗਸੀਰ ਜਾਣ ਲੱਗਿਆ ਉਹਨਾਂ ਨੂੰ ਧਮਕੀ ਦੇ ਕੇ ਜਾਂਦਾ ਹੈ ਕਿ ਜੇਕਰ ਉਸ ਤੋਂ ਪੁੱਛੇ ਬਿਨਾ ਕਿਸੇ ਨੇ ਟਾਹਲੀ ਦੇ ਪੱਤਿਆਂ ਨੂੰ ਛਾਂਗਿਆ ਤਾਂ ਉਸ ਤੋਂ ਬੁਰਾ ਕੋਈ ਨਹੀਂ ਹੋਵੇਗਾ। ਤੇ ਉਹ ਇਹ ਸਭ ਕਹਿ ਕੇ ਗੁੱਸੇ ਵਿੱਚ ਆਪਣੇ ਪਿੰਡ ਨੂੰ ਮੁੜ ਪਿਆ। ਠੀਕ ਹੈ, ਪਰ ਰਾਹ ਵਿੱਚ ਜਾਂਦਿਆਂ ਉਸਦਾ ਇਹ ਗੁੱਸਾ ਉਦਾਸੀ ਵਿੱਚ ਬਦਲ ਗਿਆ ਸੀ। ਠੀਕ ਹੈ, ਤੇ ਜਦੋਂ ਘਰ ਪਹੁੰਚਿਆ ਉਸਨੇ ਦੇਖਿਆ ਕਿ ਉਸਦੀ ਮਾਂ ਨੰਦੀ ਧੁੱਪ ਵਿੱਚ ਮੰਜੀ ਢਾ ਕੇ ਉੱਥੇ ਪਈ ਹੋਈ ਸੀ ਤੇ ਨੰਦੀ ਨੂੰ ਜਦੋਂ ਜਗਸੀਰ ਦੀ ਪੈੜ ਚਾਲ ਸੁਣਦੀ ਹੈ, ਉਸਦੇ ਆਉਣ ਦੀ ਆਵਾਜ਼ ਸੁਣਦੀ ਹੈ ਤਾਂ ਉਹ ਉਸਦੇ ਛੇਤੀ ਆ ਜਾਣ ਦਾ ਕਾਰਨ ਪੁੱਛਦੀ ਵੀ ਹੈ ਤੇ ਨਾਲ ਹੀ ਨਾਲ ਹੈਰਾਨ ਹੁੰਦੀ ਹੈ। ਉਹ ਜਗਸੀਰ ਕੋਲੋਂ ਘਰ ਛੇਤੀ ਆਉਣ ਦੇ ਕਾਰਨ ਬਾਰੇ ਪੁੱਛਦੀ ਹੈ ਤਾਂ ਜਗਸੀਰ ਨੂੰ ਜਾਪਿਆ ਕਿ ਜੇ ਹੁਣ ਉਸਨੇ ਬੋਲਣ ਦਾ ਯਤਨ ਕੀਤਾ ਤਾਂ ਉਹ ਆਪਣਾ ਭਰਿਆ ਮਨ ਸਾਂਭ ਨਹੀਂ ਸਕੇਗਾ। ਉਹ ਨੰਦੀ ਦੀ ਨਿਗਾਹ ਵੀ ਕਮਜ਼ੋਰ ਹੋ ਗਈ ਸੀ, ਇਸ ਲਈ ਉਸਨੇ ਖੱਬੇ ਹੱਥ ਨਾਲ ਛਾਂ ਕਰਕੇ ਆਸ-ਪਾਸ ਦੇਖਿਆ। ਨੰਦੀ ਨੂੰ ਜਦੋਂ ਕੁਝ ਨਾ ਦਿਸਿਆ ਤਾਂ ਉਸਨੇ ਜਗਸੀਰ ਨੂੰ ਆਵਾਜ਼ ਮਾਰੀ। ਠੀਕ ਹੈ, ਹੁਣ ਜਗਸੀਰ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜੇ ਉਸਨੇ ਨੰਦੀ ਨੂੰ ਜਵਾਬ ਦਿੱਤਾ ਤੇ ਉਹਦੇ ਕੋਲੋਂ ਆਪਣਾ ਆਪ ਸਾਂਭਿਆ ਨਹੀਂ ਜਾਣਾ। ਠੀਕ ਹੈ, ਤੇ ਹੁਣ ਨੰਦੀ ਦੀ ਨਿਗਾਹ ਕਮਜ਼ੋਰ ਸੀ, ਨਜ਼ਰ ਉਸਨੂੰ ਘੱਟ ਆਉਂਦਾ ਸੀ, ਇਸ ਲਈ ਉਸਨੇ ਕੀ ਕੀਤਾ, ਆਪਣੇ ਅੱਖਾਂ ਦੇ ਅੱਗੇ ਹੱਥ ਨਾਲ ਛਾਂ ਕੀਤੀ ਤੇ ਆਸ-ਪਾਸ ਦੇਖਣ ਲੱਗੀ। ਤੇ ਜਦੋਂ ਨੰਦੀ ਨੂੰ ਕੁਝ ਨਜ਼ਰ ਨਾ ਆਇਆ ਤੇ ਉਸਨੇ ਜਗਸੀਰ ਨੂੰ ਆਵਾਜ਼ ਮਾਰੀ। ਜਗਸੀਰ ਨੇ ਕਿਹਾ ਕਿ ਉਹ ਕੋਠੜੀ ਦੇ ਅੰਦਰ ਹੈ। ਉਸ ਸਮੇਂ ਜਗਸੀਰ ਦੀ ਆਵਾਜ਼ ਭਾਰੀ ਸੀ। ਨੰਦੀ ਦੁਆਰਾ ਪੁੱਛਣ ਤੇ ਉਹ ਦੱਸਦਾ ਹੈ ਕਿ ਉਹਨਾਂ ਦੀ ਟਾਹਲੀ ਵਢਾ ਦਿੱਤੀ ਗਈ ਹੈ। ਇਹ ਸੁਣ ਕੇ ਨੰਦੀ ਦਾ ਚਿੱਤ ਹੌਲਾ ਪੈ ਗਿਆ ਅਤੇ ਉਹ ਗੁੱਸੇ ਨਾਲ ਧਰਮ ਸਿੰਘ ਨੂੰ ਕੋਸਣ ਲੱਗ ਪਈ ਸੀ ਅਤੇ ਨੰਦੀ ਡੰਗੋਰੀ ਚੁੱਕ ਕੇ ਧਰਮ ਸਿੰਘ ਦੇ ਘਰ ਚੱਲ ਪਈ ਤਾਂ ਜਗਸੀਰ ਨੇ ਨੰਦੀ ਨੂੰ ਵਾਪਸ ਮੁੜਨ ਲਈ ਆਵਾਜ਼ ਮਾਰੀ, ਪਰ ਹੁਣ ਨੰਦੀ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਉਹ ਧਰਮ ਸਿੰਘ ਦੇ ਘਰ ਤੱਕ ਉਸੇ ਤਰ੍ਹਾਂ ਬਰਾਤ। ਹੁਣ ਦੇਖੋ ਕਿ ਜਦੋਂ ਜਗਸੀਰ ਘਰ ਪਹੁੰਚਿਆ, ਨੰਦੀ ਉਸਦੇ ਛੇਤੀ ਆਉਣ ਦਾ ਕਾਰਨ ਪੁੱਛਦੀ ਹੈ, ਪਰ ਜਗਸੀਰ ਦਾ ਮਨ ਭਰਿਆ ਹੁੰਦਾ ਹੈ, ਇਸ ਲਈ ਉਹ ਕੋਈ ਜਵਾਬ ਨਹੀਂ ਦਿੰਦਾ ਤੇ ਕੋਠੜੀ ਦੇ ਅੰਦਰ ਜਾ ਕੇ ਲੰਮੇ ਪੈ ਜਾਂਦਾ ਹੈ। ਠੀਕ ਹੈ, ਤੇ ਨੰਦੀ ਜਦੋਂ ਅੰਦਰ ਪਹੁੰਚਦੀ ਹੈ ਕੋਠੜੀ ਦੇ ਅੰਦਰ, ਉਸ ਕੋਲੋਂ ਪੁੱਛਦੀ ਹੈ ਤਾਂ ਉਹ ਦੱਸ ਦਿੰਦਾ ਹੈ ਕਿ ਉਹਨਾਂ ਦੀ ਟਾਹਲੀ ਵਢਾ ਦਿੱਤੀ ਗਈ ਹੈ। ਇਹ ਗੱਲ ਸੁਣਦਿਆਂ ਹੀ ਨੰਦੀ ਨੂੰ ਬਹੁਤ ਗੁੱਸਾ ਹੁੰਦਾ ਹੈ
ਤੇ ਉਹ ਧਰਮ ਸਿੰਘ ਨੂੰ ਕੋਸਣ ਲੱਗ ਪੈਂਦੀ ਹੈ, ਆਪਣੀ ਡੰਗੋਰੀ ਚੁੱਕਦੀ ਹੈ ਤੇ ਧਰਮ ਸਿੰਘ ਦੇ ਘਰ ਵੱਲ ਤੁਰ ਪੈਂਦੀ ਹੈ। ਬਰੜਾਟ ਕਰਦੀ ਤੁਰੀ ਜਾ ਰਹੀ ਸੀ। ਉਹ ਜਦੋਂ ਉਸਦੇ ਘਰ ਪਹੁੰਚੀ ਤਾਂ ਧਰਮ ਸਿੰਘ ਚੌਂਕੜੀ ਉੱਤੇ ਬੈਠਾ ਗਰਨੇ ਕੱਢੀ ਜਾਂਦਾ ਸੀ। ਨੰਦੀ ਨੂੰ ਇੰਜ ਭੂਹੇ ਹੋਈ ਆਉਂਦੀ ਵੇਖ ਕੇ ਧਰਮ ਸਿੰਘ ਨੇ ਨੰਦੀ ਨੂੰ ਇਹ ਸਭ ਕਰਨ ਦਾ ਕਾਰਨ ਪੁੱਛਿਆ ਤਾਂ ਨੰਦੀ ਡੰਗੋਰੀ ਸੁੱਟ ਕੇ ਭੁੰਜੇ ਬੈਠ ਗਈ ਸੀ। ਹੁਣ ਨੰਦੀ ਨੂੰ ਜਦੋਂ ਪਤਾ ਲੱਗਿਆ ਕਿ ਟਾਹਲੀ ਵਢਾ ਦਿੱਤੀ ਗਈ ਹੈ, ਉਹਨੇ ਆਪਣੀ ਡੰਗੋਰੀ ਚੁੱਕੀ ਤੇ ਧਰਮ ਸਿੰਘ ਦੇ ਘਰ ਵੱਲ ਤੁਰ ਪਈ ਤੇ ਉਸਦੇ ਘਰ ਪਹੁੰਚ ਕੇ ਉਹ ਗੁੱਸੇ ਵਿੱਚ ਬੋਲਣਾ ਸ਼ੁਰੂ ਹੋ ਗਏ। ਤੇ ਧਰਮ ਸਿੰਘ ਪਹਿਲਾਂ ਤਾਂ ਨੰਦੀ ਨੂੰ ਭੂਏ ਹੁੰਦੀ ਵੇਖ ਕੇ ਮੁਸਕਰਾ ਪਿਆ, ਪਰ ਜਦੋਂ ਉਸਨੇ ਆਪਣਾ ਨਾਮ ਸੁਣਿਆ ਤਾਂ ਉਸਦਾ ਚਿਹਰਾ ਗੰਭੀਰ ਹੋ ਗਿਆ। ਉਸਨੇ ਇਹ ਸਭ ਕਰਨ ਦਾ ਕਾਰਨ ਵੀ ਪੁੱਛਿਆ ਤਾਂ ਨੰਦੀ ਨੇ ਡੰਗੋਰੀ ਸੁੱਟੀ ਅਤੇ ਭੁੰਜੇ ਬੈਠ ਕੇ ਉਹ ਉੱਚੀ ਉੱਚੀ ਹੋਕੇ ਲੈਣ ਲੱਗ ਪਈ ਸੀ। ਤਾਂ ਧਰਮ ਸਿੰਘ ਆਪਣੀ ਬਣੀ ਬਣਾਈ ਇੱਜ਼ਤ ਦੀ ਲਾਜ ਰੱਖਣ ਲਈ ਉਸ ਨੂੰ ਅੰਦਰ ਲੈ ਆਇਆ ਸੀ। ਤਾਂ ਉਸ ਸਮੇਂ ਧਰਮ ਸਿੰਘ ਦੀ ਪਤਨੀ ਨੰਦੀ ਦਾ ਰੋਲਾ ਸੁਣ ਕੇ ਉੱਥੇ ਆ ਗਈ ਸੀ ਤੇ ਇਹ ਵੇਖ ਕੇ ਧੰਨੋ ਆਪਣੇ ਚਿੱਤ ਵਿੱਚ ਨੰਦੀ ਨੂੰ ਬੁਰਾ ਭਲਾ ਕਹਿਣ ਲੱਗ ਪਈ ਸੀ। ਠੀਕ ਹੈ, ਹੁਣ ਧਰਮ ਸਿੰਘ ਨੇ ਜਦੋਂ ਦੇਖਿਆ ਕਿ ਨੰਦੀ ਉੱਚੇ ਉੱਚੇ ਹੋਕੇ ਭਰ ਕੇ ਰੋ ਰਹੀ ਹੈ ਤਾਂ ਉਸਨੂੰ ਇਹ ਸਭ ਚੰਗਾ ਨਹੀਂ ਲੱਗਿਆ, ਕਿਉਂਕਿ ਇਹਨੂੰ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਇੰਨੇ ਚਿਰਾਂ ਦੀ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ। ਇਸ ਲਈ ਉਸਨੇ ਨੰਦੀ ਦੀ ਬਾਂਹ ਫੜੀ ਤੇ ਉਹ ਆਪਣੇ ਘਰ ਦੇ ਅੰਦਰ ਲੈ ਗਿਆ ਤੇ ਨੰਦੀ ਦਾ ਰੋਲਾ ਸੁਣ ਕੇ ਉੱਥੇ ਧੰਨੋ ਵੀ ਪਹੁੰਚ ਗਈ ਤੇ ਉਹ ਨੰਦੀ ਨੂੰ ਬੁਰਾ ਭਲਾ ਕਹਿਣ ਲੱਗ ਗਈ। ਨੰਦੀ ਇਸੇ ਤਰ੍ਹਾਂ ਬਰੜਾਟ ਕਰਦੀ ਕੁਝ ਦੇਰ ਬਾਅਦ ਧਰਮ ਸਿੰਘ ਨੂੰ ਟਾਹਲੀ ਵੱਢਣ ਵਾਲੀ ਗੱਲ ਦੱਸਦੀ ਹੈ। ਇਹ ਗੱਲ ਸੁਣਦਿਆਂ ਸਾਰ ਹੀ ਧਰਮ ਸਿੰਘ ਨੂੰ ਆਪਣੇ ਪੁੱਤਰ ਭੰਤੇ ਤੇ ਸ਼ੱਕ ਹੁੰਦਾ ਹੈ ਤੇ ਨਾਲ ਹੀ ਨਾਲ ਉਸ ਨੂੰ ਭੰਤੇ ਤੇ ਬਹੁਤ ਗੁੱਸਾ ਵੀ ਆਇਆ ਸੀ। ਠੀਕ ਹੈ, ਜਦੋਂ ਨੰਦੀ ਰਾਹੀਂ ਧਰਮ ਸਿੰਘ ਨੂੰ ਸਪਸ਼ਟ ਹੋਇਆ ਕਿ ਟਾਹਲੀ ਵਢਾ ਦਿੱਤੀ ਗਈ ਹੈ ਤਾਂ ਉਸ ਨੂੰ ਬਹੁਤ ਗੁੱਸਾ ਹੁੰਦਾ ਹੈ। ਉਹ ਨੰਦੀ ਦਾ ਦਿਲ ਰੱਖਣ ਲਈ ਉਸ ਨੂੰ ਕਹਿੰਦਾ ਹੈ ਕਿ ਕਿਸੇ ਨੇ ਵੀ ਉਸ ਦੀ ਟਾਹਲੀ ਨਾ ਹੀ ਵੇਚੀ ਹੈ ਤੇ ਨਾ ਹੀ ਵੱਢੀ ਹੈ। ਇਹ ਸੁਣ ਕੇ ਨੰਦੀ ਦਾ ਗੁੱਸਾ ਲੈ ਗਿਆ ਸੀ। ਇਸ ਲਈ ਹੁਣ ਧਰਮ ਸਿੰਘ ਨੇ ਡੰਗੋਰੀ ਚੁੱਕ ਕੇ ਨੰਦੀ ਨੂੰ ਫੜਾਈ ਤੇ ਉਸ ਨੂੰ ਲੈ ਕੇ ਵਿਹੜੇ ਵੱਲ ਤੁਰ ਪਿਆ ਸੀ। ਹੁਣ ਧਰਮ ਸਿੰਘ ਜਾਣਦਾ ਸੀ ਕਿ ਨੰਦੀ ਪਹਿਲਾਂ ਹੀ ਦੁਖੀ ਹੈ, ਇਸ ਲਈ ਉਸਦਾ ਦਿਲ ਰੱਖਣ ਲਈ ਉਸਨੂੰ ਝੂਠ ਹੀ ਬੋਲ ਦਿੰਦਾ ਹੈ ਕਿ ਉਸਦੀ ਟਾਹਲੀ ਕਿਸੇ ਨੇ ਨਾ ਤਾਂ ਵੇਚੀ ਹੈ ਤੇ ਨਾ ਹੀ ਵੱਢੀ ਹੈ। ਇਹ ਸਭ ਸੁਣ ਕੇ ਨੰਦੀ ਦਾ ਗੁੱਸਾ ਤੇ ਉਤਰ ਜਾਂਦਾ ਹੈ। ਠੀਕ ਹੈ, ਤਾਂ ਹੁਣ ਧਰਮ ਸਿੰਘ ਕੀ ਕਰਦਾ, ਉਸਦੀ ਡੰਗੋਰੀ ਚੁੱਕ ਕੇ ਉਸਨੂੰ ਫੜਾਉਂਦਾ ਤੇ ਨਾਲ ਹੀ ਨਾਲ ਉਸਨੂੰ ਘਰ ਛੱਡਣ ਲਈ ਵਿਹੜੇ ਵੱਲ ਤੁਰ ਪੈਂਦਾ ਹੈ। ਨੰਦੀ ਦੇ ਘਰ ਪਹੁੰਚ ਕੇ ਧਰਮ ਸਿੰਘ ਨੇ ਉਸਨੂੰ ਮੰਜੀ ਤੇ ਬਿਠਾ ਦਿੱਤਾ ਸੀ ਤੇ ਆਪ ਉਸਨੇ ਜਗਸੀਰ ਤੋਂ ਟਾਹਲੀ ਵਾਲੀ ਗੱਲ ਪੁੱਛੀ ਤਾਂ ਉਸਨੇ ਸਭ ਕੁਝ ਦੱਸ ਦਿੱਤਾ, ਪਰ ਧਰਮ ਸਿੰਘ ਕੋਲੋਂ ਕੋਈ ਮੋੜਵਾਂ ਜਵਾਬ ਨਹੀਂ ਦਿੱਤਾ ਗਿਆ ਸੀ। ਪਰ ਜਦੋਂ ਧਰਮ ਸਿੰਘ ਚੱਲਣ ਲੱਗਿਆ ਸੀ ਤਾਂ ਜਗਸੀਰ ਨੂੰ ਕਹਿੰਦਾ ਹੈ ਕਿ ਉਹ ਵੇਹਲ ਘਰ ਪਾੜਨ ਨੂੰ ਬੈਠੀ ਹੈ ਤੇ ਪੰਤਾ ਵੀ ਉਸਦੇ ਹੱਥਾਂ ਤੇ ਚੜ ਕੇ ਵਿਗੜਿਆ ਪਿਆ ਹੈ। ਹੁਣ ਘਰ ਪਹੁੰਚ ਕੇ ਉਸਨੇ ਨੰਦੀ ਨੂੰ ਮੰਜੀ ਤੇ ਬਿਠਾ ਦਿੱਤਾ ਸੀ ਤੇ ਆਪ ਜਗਸੀਰ ਕੋਲੋਂ ਸਾਰੀ ਗੱਲ ਪੁੱਛਣ ਲਈ ਕੋਠੜੀ ਦੇ ਅੰਦਰ ਚਲਾ ਗਿਆ ਤੇ ਜਗਸੀਰ ਨੇ ਵੀ ਉਸਨੂੰ ਸਾਰੀ ਗੱਲ ਦੱਸ ਦਿੱਤੀ ਸੀ। ਧਰਮ ਸਿੰਘ ਦਿਲੋਂ ਬਹੁਤ ਦੁਖੀ ਸੀ ਤੇ ਉਹ ਦੁਖੀ ਮਨ ਦੇ ਨਾਲ ਜਗਸੀਰ ਨੂੰ ਦੱਸਦਾ ਹੈ ਕਿ ਉਸਦੀ ਪਤਨੀ ਘਰ ਨੂੰ ਤੋੜਨ ਤੇ ਬੈਠੀ ਹੈ ਤੇ ਜੋ ਉਸਦਾ ਪੁੱਤਰ ਭੰਤਾ ਹੈ ਉਹ ਵੀ ਆਪਣੀ ਮਾਂ ਦੇ ਹੀ ਪਿੱਛੇ ਲੱਗਿਆ ਹੈ। ਨਾਲ ਹੀ ਨਾਲ ਉਹ ਜਗਸੀਰ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਕਹਿੰਦਾ ਹੈ ਕਿ ਉਸਨੇ ਸੋਚਿਆ ਸੀ ਕਿ ਮੁੱਠੀ ਮੀਚੀ ਰਹੇ ਪਰ ਚੰਦਰੇ ਟੰਬਰ ਨੇ ਰਹਿਣ ਨਹੀਂ ਦੇਣੀ। ਹੁਣ ਉਹ ਆਪਣੀ ਮਨ ਦੀ ਗੱਲ ਜਗਸੀਰ ਨਾਲ ਸਾਂਝੀ ਕਰਦਿਆਂ ਆਖਦਾ ਹੈ ਕਿ ਉਹ ਚਾਹੁੰਦਾ ਸੀ ਕਿ ਘਰ ਦਾ ਏਕਾ ਬਣਿਆ ਰਹੇ, ਪਰ ਇਹ ਮਾਂ ਪੁੱਤਰ ਅਜਿਹਾ ਨਹੀਂ ਹੋਣ ਦੇਣਗੇ।
ਜਗਸੀਰ ਨੇ ਜਦ ਇਹ ਸਭ ਸੁਣਿਆ ਤਾਂ ਉਸਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਧਰਮ ਸਿੰਘ ਨੇ ਤੁਰਨ ਤੋਂ ਪਹਿਲਾਂ ਇੱਕ ਵਾਰ ਫੇਰ ਜਗਸੀਰ ਨੂੰ ਪੱਕੀ ਕੀਤੀ ਕਿ ਉਹ ਨੰਦੀ ਕੋਲ ਝੂਠ ਬੋਲ ਕੇ ਗੱਲ ਟਾਲ ਦੇਵੇ। ਉਸਨੇ ਜਗਸੀਰ ਨੂੰ ਵੀ ਹੌਸਲਾ ਕਰਨ ਲਈ ਆਖਿਆ ਸੀ, ਪਰ ਜਗਸੀਰ ਨੇ ਵੇਖਿਆ ਕਿ ਜਦੋਂ ਉਹ ਆਪ ਕੋਠੜੀ ਦਾ ਬੂਹਾ ਲੰਘ ਰਿਹਾ ਸੀ ਤਾਂ ਉਸਨੇ ਆਪਣੀ ਪੱਗ ਦੇ ਲੜ ਨਾਲ ਅੱਖਾਂ ਪੂੰਝੀਆਂ ਸਨ। ਜਗਸੀਰ ਨੇ ਜਦ ਧਰਮ ਸਿੰਘ ਦੀ ਗੱਲ ਸੁਣੀ ਤਾਂ ਉਸਨੂੰ ਬਹੁਤ ਦੁੱਖ ਹੋਇਆ। ਧਰਮ ਸਿੰਘ ਨੇ ਤੁਰਨ ਤੋਂ ਪਹਿਲਾਂ ਜਗਸੀਰ ਨੂੰ ਹੌਸਲਾ ਰੱਖਣ ਲਈ ਕਿਹਾ ਤੇ ਨਾਲ ਹੀ ਨਾਲ ਇਹ ਵੀ ਕਿਹਾ ਕਿ ਉਹ ਨੰਦੀ ਨੂੰ ਝੂਠ ਬੋਲ ਦੇਵੇ। ਪਰ ਜਦੋਂ ਉਹ ਕੋਠੜੀ ਦਾ ਬੂਹਾ ਲੰਘਿਆ ਤਾਂ ਉਹ ਵੀ ਆਪਣੀ ਪੱਗ ਦੇ ਲੜ ਨਾਲ ਅੱਖਾਂ ਪੂੰਝ ਰਿਹਾ ਸੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਵੀ ਟਾਹਲੀ ਵਾਲੀ ਘਟਨਾ ਤੋਂ ਬਹੁਤ ਦੁਖੀ ਸੀ। ਸੋ ਬੱਚੇ, ਅਸੀਂ ਕਾਂਡ ਨੰਬਰ 7 ਦੀ ਸਮਰੀ ਡਿਸਕਸ ਕੀਤੀ ਹੈ। ਤੁਸੀਂ ਇਸ ਨੂੰ ਆਪਣੀ ਪੱਕੀਆਂ ਕਾਪੀਆਂ 'ਤੇ ਨੋਟ ਕਰਨਾ ਹੈ। ਥੈਂਕ ਯੂ ਬੇਟੇ।